ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ, ਇੱਕ ਦਿਨ ਕਾਲੂ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਾਠਸ਼ਾਲਾ ਦੇ ਵਿੱਚ ਪਾਂਧੇ ਦੇ ਕੋਲ ਪੜ੍ਹਨ ਦੇ ਵਾਸਤੇ ਛੱਡ ਕੇ ਆਏ। ਦੂਸਰੇ ਦਿਨ ਫਿਰ ਕਾਲੂ ਜੀ ਸਤਿਗੁਰਾਂ ਨੂੰ ਨਾਲ ਲੈ ਕੇ ਪਾਂਧੇ ਦੇ ਕੋਲ ਪਹੁੰਚੇ ਨੇ। ਪਾਂਧੇ ਨੇ ਬੜੀ ਸਿਫਤ ਕੀਤੀ ਕਿ ਤੇਰਾ ਪੁੱਤਰ ਬੜਾ ਹੁਸ਼ਿਆਰ ਹੈ, ਬੜੀ ਛੇਤੀ ਪੜ੍ਹਦਾ ਹੈ ਜੋ ਮੈਂ ਪੜ੍ਹਾਉਂਦਾ ਹਾਂ। ਜਦੋਂ ਇਹ ਗੱਲ ਸੁਣੀ ਤੇ ਫਿਰ ਕਾਲੂ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰਾਂ ਨੂੰ ਪਾਠਸ਼ਾਲਾ ਦੇ ਵਿੱਚ ਪਾਂਧੇ ਦੇ ਕੋਲ ਛੱਡ ਕੇ ਆਪ ਘਰ ਨੂੰ ਵਾਪਸ ਆ ਗਏ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਪਾਂਧੇ ਨੇ ਹਕਾਰ ਲੀਨ, ਬਾਲਨ ਤੇ ਜੁਦਾ ਕੀਨ, ਲੇਖੇ ਹੁਕ ਸੀਖ ਦੀਨ, ਨਾਨਕ ਸੁਜਾਨ ਕੋ। ਪਾਂਧੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਬਾਕੀ ਸਾਰੇ ਜਿਹੜੇ ਬਾਲਕ ਸਨ ਉਹਨਾਂ ਤੋਂ ਵੱਖਰਾ ਕਰਕੇ ਇਹਨਾਂ ਨੂੰ ਸਿੱਖਿਆ ਦੇਣ ਲੱਗੇ ਨੇ, ਜੋ ਨਾਨਕ ਸੁਜਾਨ, ਭਾਵ ਕਿ ਜਿਹੜੇ ਸੁਜਾਨ ਨੇ, ਜਿਹੜੇ ਸਾਰਿਆਂ ਨੂੰ ਗਿਆਨ ਦੇਣ ਵਾਲੇ ਨੇ, ਉਹਨਾਂ ਨੂੰ ਗਿਆਨ ਦੇਣ ਦੀ ਚੇਸ਼ਟਾ ਕਰਨ ਲੱਗਾ ਪਾਂਧਾ। ਤੂੰ ਸ਼ਨੀਕ ਪਏ ਪਾਂਧਾ, ਬਾਰ ਬਾਰ ਕਹੇ ਬਚ, ਕੈਸੇ ਤੂੰ ਨਾ ਬੋਲੇ ਅੱਜ ਸੁਣ ਦੇਣਾ ਕਾਨ ਕੋ। ਕੱਲ ਤੇ ਜੋ ਵੀ ਪੜ੍ਹਾਇਆ ਸੀ ਉਹ ਸਾਰਾ ਕੁਝ ਪੜ੍ਹਿਆ ਸੀ, ਅੱਜ ਬਾਰ-ਬਾਰ ਪਾਂਧਾ ਕਹਿੰਦਾ ਹੈ, ਪਰ ਸਤਿਗੁਰੂ ਜੀ ਬਿਲਕੁਲ ਚੁੱਪ ਨੇ, ਕੁਝ ਵੀ ਉਹਦੇ ਮਗਰ ਲੱਗ ਕੇ ਨਹੀਂ ਬੋਲਦੇ। ਪਾਂਧਾ ਕਹਿੰਦਾ ਕੈਸੇ ਤੂੰ ਨਾ ਬੋਲੇ ਅੱਜ। ਸਤਿਗੁਰਾਂ ਨੂੰ ਕਹਿੰਦਾ ਕਿ ਤੂੰ ਅੱਜ ਕਿਉਂ ਨਹੀਂ ਬੋਲਦਾ ਤੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਦਾ ਤੱਕ ਨਹੀਂ। ਪਾਲੀ ਬੇਦ ਕਾਲ ਪੈੜੇ ਪੜਿਓ ਤੂੰ ਬੇਸਾਲ ਸਭ, ਤੈਸੇ ਅਬ ਪੜੋ ਹੋਰ ਔਰ ਲਰ ਕਾਨ ਕੋ। ਕਹਿੰਦਾ ਕਿ ਕੱਲ ਜਿਹੜੇ ਮੈਂ ਤੈਨੂੰ ਪਹਾੜੇ ਪੜ੍ਹਾਏ ਸਨ ਉਹ ਤੂੰ ਚੰਗੇ ਤਰੀਕੇ ਦੇ ਨਾਲ ਪੜ੍ਹੇ ਸੀ, ਪਰ ਤੂੰ ਅੱਜ ਮੇਰੇ ਪਿੱਛੇ ਬੋਲਦਾ ਹੀ ਨਹੀਂ ਹੈ, ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਦਾ ਹੀ ਨਹੀਂ ਹੈ। ਦੇਖ ਬਾਕੀ ਜਿੰਨੇ ਵੀ ਲੜਕੇ ਨੇ ਜਿਵੇਂ ਉਹ ਪੜ੍ਹ ਰਹੇ ਨੇ ਤੂੰ ਵੀ ਪੜ੍ਹ। ਹੋਵੇਂ ਵੱਡ ਜਬ ਪਾਵੇਂ ਕਾਜ ਆਵੇ ਤਾਬੇ ਅਬ, ਖੇਲਣ ਮੈਂ ਜੀਓ ਤੇਰੋ ਖਾਏ ਛੁਛ ਕਾਨ ਕੋ। ਹੁਣ ਪਾਂਧਾ ਨਾਲੇ ਤੇ ਸਤਿਗੁਰਾਂ ਨੂੰ ਝਿੜਕਦਾ ਹੈ ਤੇ ਨਾਲੇ ਹੀ ਸਿੱਖਿਆ ਦਿੰਦਾ ਹੈ। ਕਹਿੰਦਾ ਦੇਖ ਜਦੋਂ ਤੂੰ ਵੱਡਾ ਹੋਵੇਗਾ ਤੇ ਜਿਹੜੀ ਪੜ੍ਹਾਈ ਮੈਂ ਤੈਨੂੰ ਕਰਵਾਉਣ ਜਾ ਰਿਹਾ ਹਾਂ ਇਹ ਪੜ੍ਹਾਈ ਤੇਰੇ ਉਸ ਵੇਲੇ ਕੰਮ ਆਵੇਗੀ, ਪਰ ਖੇਲਣ ਮੈਂ ਜੀਓ ਤੇਰੋ, ਪਰ ਇਸ ਵੇਲੇ ਤੇਰਾ ਜਿਹੜਾ ਮਨ ਹੈ ਉਹ ਖੇਡ ਦੇ ਵਿੱਚ ਲੱਗਣ ਨੂੰ ਕਰਦਾ ਹੈ। ਖਾਏ ਛੂਛ ਕਾਣ ਕੋ। ਪਾਂਧਾ ਜ਼ੋਰ ਦੇ ਕੇ ਕਹਿੰਦਾ ਹੈ ਕਿ ਜੇ ਤੂੰ ਮੇਰੀ ਗੱਲ ਨਾ ਮੰਨੀ, ਜੇ ਨਾ ਪੜਿਆ ਤੇ ਦੇਖ ਫੇਰ ਤੂੰ ਮੇਰੇ ਤੋਂ ਸੋਟੀਆਂ ਖਾਵੇਂਗਾ। ਸੁਣ ਸ਼੍ਰੋਣਨ ਬੈਨਾ ਅਨੁਕੰਪੈਨਾ,
ਬਾਣੀ ਭਨੀ ਰਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਾਂਧੇ ਦੀਆਂ ਗੱਲਾਂ ਇਸ ਤਰੀਕੇ ਦੇ ਨਾਲ ਸੁਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਜਿਹੜੇ ਕਿ ਬੜੀ ਮਾਇਆ ਕਰਨ ਵਾਲੇ ਨੇ, ਕਿਰਪਾ ਕਰਨ ਵਾਲੇ ਨੇ, ਉਹਨਾਂ ਨੇ ਫਿਰ ਰਸੀਲੀ ਬਾਣੀ ਇਸ ਤਰ੍ਹਾਂ ਆਖੀ। ਕਿਆ ਆਪ ਪੜੇ ਤੁਮ ਕਰ ਹੋ ਨਿਜ ਸਮ, ਕਹਿ ਲਾਹਾ ਲੈ ਸਾਲ। ਸਤਿਗੁਰੂ ਜੀ ਪਾਂਧੇ ਨੂੰ ਕਹਿੰਦੇ ਨੇ ਕਿਆ ਆਪ ਪੜੇ ਤੁਮ, ਪਾਂਧਾ ਜੀ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਪੜਿਆ ਹੈ। ਵਿਕਾਰ ਦੀ ਪੜ੍ਹਾਈ ਭਾਵ ਕੇ ਪੜ੍ਹੀ ਹੈ। ਕਰ ਹੋ ਨਿਜ ਸਮ, ਤੁਸੀਂ ਆਪਣੇ ਵਰਗਾ ਮੈਨੂੰ ਪੜ੍ਹਾ ਕੇ ਬਣਾ ਦਿਓਗੇ। ਲਾਹਾ ਲੈ ਸਾਲ, ਤੇ ਮੈਂ ਐਸੀ ਪੜ੍ਹਾਈ ਨੂੰ ਪੜ੍ਹ ਕੇ ਕੀ ਲਾਹਾ ਖੱਟਾਂਗਾ, ਕੀ ਲਾਭ ਖੱਟਾਂਗਾ। ਭਾਵ ਕਿ ਜੇਕਰ ਤੁਸੀਂ ਨਹੀਂ ਖੱਟ ਸਕੇ ਤੇ ਤੁਹਾਡੇ ਵਰਗਾ ਬਣ ਕੇ ਮੈਂ ਕੀ ਲਾਭ ਖੱਟਾਂਗਾ। ਸੇ ਮੁਖੀ ਵਸ਼ੇਖ ਕੋ ਪਲ ਲੇਖਾ, ਪਾਂਧਾ ਮੋਹ ਬਤਾਏ। ਸੇ ਮੁਖੀ ਤੋਂ ਭਾਵ ਹੁੰਦਾ ਹੈ ਕਿ ਬੁੱਧੀਵਾਨ। ਸੇ ਮੁਖੀ ਵਸ਼ੇਖਾ ਕੋ ਪਲ ਲੇਖਾ, ਬੁੱਧੀਵਾਨਾਂ ਦੇ ਲਈ हे ਪਾਂਧਾ ਜੀ ਇਹ ਜਿਹੜਾ ਲੇਖਾ ਹੈ ਨਾ ਉਹ ਕੋਈ ਭਲਾ ਲੇਖਾ ਨਹੀਂ ਹੈ। ਪਾਂਧਾ ਮੋਹ ਬਤਾਏ, ਪਾਂਧਾ ਜੀ ਮੈਨੂੰ ਇਹ ਦੱਸੋ। ਇਉਂ ਉੱਤਰ ਦੀਜੈ ਮਨ ਸਮਝੀਜੈ, ਪਿੱਛੇ ਮੁਝੇ ਪੜ੍ਹਾਏ। ਪਹਿਲਾਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜੀ ਪੜ੍ਹਾਈ ਪੜ੍ਹੀ ਹੈ ਉਹਦੇ ਤੋਂ ਤੁਹਾਨੂੰ ਕੀ ਲਾਭ ਮਿਲਿਆ, ਤੇ ਜੇ ਮੈਂ ਪੜ੍ਹਾਈ ਪੜਾਂਗਾ ਤੇ ਫਿਰ ਮੈਨੂੰ ਕੀ ਲਾਭ ਮਿਲੇਗਾ। ਭਾਵ ਕਿ ਇਹ ਜਿਹੜੀ ਦੁਨਿਆਵੀ ਪੜ੍ਹਾਈ ਹੈ ਇਹ ਨਾ ਤੇ ਤੁਹਾਡੇ ਕਿਸੇ ਕੰਮ ਦੀ ਹੈ ਤੇ ਨਾ ਹੀ ਮੇਰੇ ਕਿਸੇ ਕੰਮ ਦੀ ਹੈ। ਕਹਿੰਦੇ ਨੇ ਸਤਿਗੁਰੂ ਜੀ ਕਿ ਪਾਂਧਾ ਜੀ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ ਪੜ੍ਹਿਆ ਹੈ, ਪਹਿਲਾਂ ਸਮਝਾ ਕੇ ਉੱਤਰ ਦਿਓ ਤੇ ਫਿਰ ਮੈਨੂੰ ਪੜ੍ਹਾਇਓ। ਹੋਏ ਪਾਦਾ ਬਿਸਮੈ ਆਦ ਪੁੱਤ ਰਸਮੈ, ਆਨਣ ਬਚਨ ਅਲਾਏ। ਪਾਂਧੇ ਨੇ ਜਦੋਂ ਸਤਿਗੁਰਾਂ ਦੀਆਂ ਗੱਲਾਂ ਸੁਣੀਆਂ ਤੇ ਫਿਰ ਅਜੀਬ ਹੀ ਰਸ ਦੇ ਵਿੱਚ ਹੋ ਕੇ ਅੱਗੋਂ ਫਿਰ ਸਤਿਗੁਰਾਂ ਨੂੰ ਪਾਂਧਾ ਇਸ ਤਰ੍ਹਾਂ ਕਹਿੰਦਾ ਸਭ ਜਾਨੋ ਗਿਣਤੀ ਅਵਨੀ ਮਿਨਤੀ, ਡੇਢੋ ਗਣਨ ਸਵਾਏ। ਪਾਂਧਾ ਅੱਗੋਂ ਕਹਿੰਦਾ ਸਤਿਗੁਰਾਂ ਨੂੰ, ਕਹਿੰਦਾ ਕਿ ਮੈਂ ਤੇ ਸਾਰੀ ਗਿਣਤੀ ਜਾਣਦਾ ਹਾਂ। ਧਰਤੀ ਨੂੰ ਕਿਸ ਤਰੀਕੇ ਦੇ ਨਾਲ ਮਿਣਿਆ ਜਾਂਦਾ ਹੈ ਉਹਦੀ ਮਿਣਤੀ ਕਰਨੀ ਵੀ ਜਾਣਦਾ ਹਾਂ। ਡੋਡੇ ਗਣਨ ਸਵਾਏ, ਡੋਡੇ ਤੋਂ ਭਾਵ ਹੁੰਦਾ ਹੈ ਕਿ ਡਿਉੜੇ ਦੀ ਗਿਣਤੀ, ਮੈਂ ਉਹ ਵੀ ਜਾਣਦਾ ਹਾਂ। ਇਸ ਤੋਂ ਇਲਾਵਾ ਸਵਾਏ ਦੀ ਜਿਹੜੀ ਗਿਣਤੀ ਹੈ ਮੈਂ ਉਹ ਵੀ ਜਾਣਦਾ ਹਾਂ। ਧੌਂਚੈ ਪੁਨ ਉਠੈ ਜੋਰਨ, ਕੋਠੇ ਗ੍ਰਾਮ ਕਾਰ ਪਟਵਾਰ। ਇਸ ਤੋਂ ਇਲਾਵਾ 4.5 ਦਾ ਜਿਹੜਾ ਪਹਾੜਾ ਹੈ ਉਹ ਵੀ ਮੈਂ ਜਾਣਦਾ ਹਾਂ। ਇਸ ਤੋਂ ਇਲਾਵਾ ਇਮਾਰਤੀ ਜਿਹੜਾ ਕੰਮ ਹੈ ਉਹ ਵੀ ਮੈਂ ਜਾਣਦਾ ਹਾਂ। ਗ੍ਰਾਮ ਕਾਰ ਪਟਵਾਰ ਭਾਵ ਕਿ ਪਿੰਡਾਂ ਦੀ ਪਟਵਾਰੀ ਦਾ ਜਿਹੜਾ ਕੰਮ ਹੈ ਮੈਂ ਉਹ ਵੀ ਕਰ ਸਕਦਾ ਹਾਂ। ਮੈਂ ਇੰਨੀ ਪੜ੍ਹਾਈ ਪੜ੍ਹੀ। ਜਿਸ ਕੇ ਅਨੁਸਾਰੀ ਰੋਜੀ ਥਾਰੀ, ਪੜੋ ਨ ਕਿਉ ਹਿਤ ਧਾਰ। ਪਾਂਧਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਤੇਰੇ ਪਿਤਾ ਜੀ ਪਟਵਾਰੀ ਨੇ, ਇਸ ਕਰਕੇ ਆਪਣੇ ਪਿਤਾ ਦਾ ਕੰਮ ਹੀ ਤੂੰ ਸਾਂਭਣਾ ਹੈ। ਜਿਹੜਾ ਕੰਮ ਕਰਨ ਦੇ ਨਾਲ ਤੇਰੀ ਰੋਜੀ ਰੋਟੀ ਚੱਲਣੀ ਹੈ ਉਸ ਦੀ ਵੀ ਤੂੰ ਪੜ੍ਹਾਈ ਨਹੀਂ ਪੜ੍ਹਦਾ। ਇਨ ਬਿਦ ਜੀ ਬਾਦਾ ਸੁਣ ਸ਼ਰਤ ਪਾਦਾ, ਫਾਹੇ ਪਰਨ ਅਪਾਰ। ਅੱਗੋਂ ਪਾਂਧੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਇਨ ਬਿਦ ਜੀ ਬਾਦਾ, हे ਪਾਂਧਾ ਜੀ ਇਸੇ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਜੀਵ ਹੈ ਉਹ ਬੱਝਾ ਰਹਿੰਦਾ ਹੈ। ਸੁਣ ਸ਼ਰਤ ਪਾਂਧਾ, ਪਾਂਧਾ ਜੀ ਮੇਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣੋ। ਫਾਹੇ ਪਰਨ ਅਪਾਰ, ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਜੀਵ ਵੱਧਾ ਰਹਿੰਦਾ ਹੈ ਤੇ ਫਿਰ ਹੋਰ ਵੀ ਜਿਹੜੀਆਂ ਫਾਈਆਂ ਨੇ ਉਹ ਅਪਾਰ ਹੀ ਪੈਂਦੀਆਂ ਰਹਿੰਦੀਆਂ। ਕਿਹ ਕਾਜ ਨਾ ਆਵੈ ਜਬ ਦੁਖ ਪਾਵੈ, ਹੋਤ ਨਹੀਂ ਛੁਟਕਾਰ। ਸਤਿਗੁਰੂ ਜੀ ਪਾਂਧੇ ਨੂੰ ਕਹਿੰਦੇ ਨੇ ਕਿ ਇਹ ਜਿਹੜੀਆਂ ਪੜ੍ਹਾਈਆਂ ਨੇ ਜਿਹੜੀਆਂ ਤੂੰ ਮੈਨੂੰ ਦੱਸੀਆਂ ਨੇ ਇਹ ਤੇਰੇ ਕਿਸੇ ਵੀ ਕੰਮ ਨਹੀਂ ਆਉਣੀਆਂ। ਜਦੋਂ ਤੈਨੂੰ ਦੁੱਖ ਮਿਲੇਗਾ ਉਸ ਵੇਲੇ ਛੁਟਕਾਰਾ ਨਹੀਂ ਹੋਵੇਗਾ ਇਹਨਾਂ ਪੜ੍ਹਾਈਆਂ ਦੇ ਨਾਲ। ਸਭ ਬੈਸ ਬਿਹਾਵੈ ਪੁਨ ਪਛਤਾਵੈ,
जब जावे जम द्वार। सतगुरु जी कहते ने कि सारी उम्र नूं बेकार दे विच गवा के तू चलिया जावेगा, फिर तेनू पछताउणा पवेगा जदों जम तेनू फड़ के ले जाणगे ते जदों तेरे तो लेखा पुछया जाएगा। ये लेखा गाहे छुट्टियो जे चाहे, जो मैं करूं उचार। सतगुरु जी कहते ने कि जेकर लेखे तो छुटना चाहुंदा है, जेकर किसी भी विचार दे विच पैना नहीं चाहुंदा, जो मैं तेनू पढ़ाउण लगा हां तू वो समझ, तू वो पढ़, मैनू ना पढ़ा। कमल बदन सुख सदन गुर, करना मन पर ल्याए। पांदे प्रति कलनाए दा, बोले शब्द उठाए। ग्रंथाकार भाई संतोख सिंह जी लिखते ने कि जिन्हां दा चेहरा कमल दे फुल दी तरह है, ऐसे सतगुरु नानक देव सच्चे पातशाह जी दया दे घर दे विच आए ने, अपने मन दे विच दया नूं धारण कीता है। पांदे प्रति कल्याण दा बोले शब्द उठाए, भाव के पांदे नूं सिक्ख्या देण दे वास्ते, उस दा कल्याण करन दे वास्ते फिर सतगुरु नानक देव सच्चे पातशाह जी ने एक शब्द उचारण कीता। श्री राग महला पहला, भाव के श्री राग दे विच सतगुरु नानक देव सच्चे पातशाह जी ने शब्द उचारिया, जिहदियां 4-5 सतरां पहलियां इत्थे बयान कीतियां ने कवि जी ने, फिर अगे अगे 2-2 सतरां 4-4 सतरां दा हवाला देणगे। श्री राग महला पहला। जाल मोह कस मस कर, मत कागद कर सार। भाओ कलम कर चित लिखारी, गुर पुछ लिख विचार। लिख नाम सलाह, लिख लिख अंत न पारा वार। बाबा ए लेखा लिख जान, जिथे लेखा मंगिए तिथे होए सच्चा निशान रहाओ। इन्नियां जिहड़ियां तुकां ने इत्थे कवि जी ने दित्तियां ने। इन्हां गुरबाणी दी तुकां दा जिहड़ा अर्थ है वो ग्रंथाकार भाई संतोख सिंह जी अगलियां सतरां दे विच आपे ही करनगे, जिवें वो अर्थ नूं बयान करनगे मैं उसे तरह साध संगत दे सन्मुख अर्ज करांगा। कवि कह या को सुन टीका, श्रीमुख निकस्यो कल पद निका। कवि संतोख सिंह जी लिखते ने कि इहदा जिहड़ा टीका है, भाव के इहदे जिहड़े अर्थ ने वो मैं करांगा। श्रीमुख निकस्यो कल पद निका, सतगुरु नानक देव सच्चे पातशाह जी दे श्री मुख दे विचों ये सुंदर जिहड़ी बाणी सी ये उचारण होई। पुरा सारदा फुरी सुहावे, पदवी परा जास ते पावे। कवि जी लिखते ने कि पुरा, पुरा तो पावे के पहला, सारदा तो भाव है कि बाणी, सारियां तो पहला ये बाणी फुरी जिहड़ी के सोभ नीक है, पदवी परा जास ते पावे। जेकर इस गुरबाणी नूं मन्निया जावे ते फिर मनुख नूं उच्ची अवस्था दी प्राप्ति हुंदी। देह तरा जा कारण तरनी, बैलग करन लगे सो करनी। ग्रंथाकार भाई संतोख सिंह जी लिखते ने कि जिहड़े कारण दे वास्ते धरती दे उत्ते सतगुरु नानक देव सच्चे पातशाह जी ने शरीर नूं धारिया सी, छोटी उम्र तो वो जिहड़ा काम है ना उन्होंने करना सतगुरां ने शुरू कर दिता। अनवसा था उपदेशक केरी, तराय तीरज सके नाहेरी। भाव के उम्र छोटी तो ही ऐसा काम शुरू कर देता है। अनवस्था उपदेशक केरी कहण तो भाव है कि उम्र अजे नहीं सी किसी नूं उपदेश करन दी, तां भी धरती नूं सतगुरां ने बहुत ज्यादा अधीरज देखिया है, धीरज तो रह देखिया है ते उहदी दशा नूं देख ना सके ते सतगुरां ने फिर उपदेश देना शुरू कर दिता। पांदे प्रत पूरब उपकारा, भाव तारन हित शब्द उचारा। कवि जी लिखते ने कि सारियां तो पहला
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਂਦੇ ਦੇ ਉੱਤੇ ਉਪਕਾਰ ਕਰਨ ਲੱਗੇ ਨੇ। ਭਵ ਤਾਰਨ ਹਿਤ ਸ਼ਬਦ ਉਚਾਰਾ, ਸੰਸਾਰ ਸਾਗਰ ਦੇ ਉੱਤੋਂ ਉਸ ਪਾਂਦੇ ਨੂੰ ਤਾਰਨ ਦੇ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਦਾ ਸ਼ਬਦ ਉਚਾਰਿਆ। ਚਤਰ ਬੇਦ ਬਾਰ ਸਾਰ ਲਖਾਇਆ, ਤਰੈ ਸੇ ਨਰ ਸੁਣ ਮਨ ਵਸਾਇਆ। ਕਵੀ ਜੀ ਲਿਖਦੇ ਨੇ ਕਿ ਜਿਹੜਾ ਇਹ ਸ਼ਬਦ ਹੈ ਇਹਦੇ ਵਿੱਚ ਚਾਰੇ ਹੀ ਵੇਦਾਂ ਦਾ ਸਾਰ ਲਿਖਾਇਆ ਹੋਇਆ ਹੈ। ਤਰੈ ਸੇ ਨਰ ਸੁਣ ਮਨ ਵਸਾਇਆ, ਜਿਹੜੇ ਵੀ ਇਸ ਨੂੰ ਮਨ ਦੇ ਵਿੱਚ ਵਸਾਉਂਦੇ ਨੇ ਉਹ ਭਵ ਸਾਗਰ ਤੋਂ ਤਰ ਜਾਂਦੇ ਨੇ। ਦੇਹ ਦੀਵਟੀ ਕੇ ਵਿਖੇ ਨੇਹ ਮੋਹ ਭਰਪੂਰ, ਬਾਤੀ ਵਿਸ਼ਿਆਨ ਬਾਸ਼ਨਾ ਅਗਨ ਗਿਆਨ ਤੇ ਦੂਰ। ਦੇਹੀ ਰੂਪ ਦੀਵੇ ਦੇ ਭਾਂਡੇ ਦੇ ਵਿੱਚ ਨੇਹ ਮੋਹ ਭਰਪੂਰ, ਭਾਵ ਕਿ ਦੇਹੀ ਰੂਪ ਦੀਵੇ ਦੇ ਭਾਂਡੇ ਦੇ ਵਿੱਚ ਮੋਹ ਰੂਪੀ ਜਿਹੜਾ ਤੇਲ ਹੈ ਉਹ ਭਰਿਆ ਹੋਇਆ ਹੈ। ਉਸ ਮੋਹ ਰੂਪੀ ਤੇਲ ਦੇ ਨਾਲ ਐਸਾ ਦੀਵਾ ਭਰਪੂਰ ਹੈ, ਭਰਿਆ ਹੋਇਆ ਹੈ। ਬਾਤੀ ਵਿਸ਼ਿਆਨ ਬਾਸ਼ਨਾ, ਵਿਸ਼ਿਆਂ ਦੀ ਜਿਹੜੀ ਵਾਸ਼ਨਾ ਹੈ ਇਹੀ ਉਸ ਦੀਵੇ ਦੇ ਵਿੱਚ ਰੱਖੀ ਹੋਈ ਬੱਤੀ ਹੈ। ਅਗਨ ਗਿਆਨ ਤੇ ਦੂਰ, ਜਿਹੜਾ ਗਿਆਨ ਹੈ ਉਹ ਹੈ ਅਗਨੀ, ਗਿਆਨ ਰੂਪੀ ਅਗਨੀ ਤੋਂ ਇਹ ਦੀਵਾ ਬੜੀ ਦੂਰ ਹੈ। ਗੁਰ ਪ੍ਰਸਾਦ ਕਰ ਢਿਗ ਜਬ ਹੋਇ ਹੈ, ਆਤਮ ਗਿਆਨ ਲੈ ਪਦ ਪਹਿ। ਗੁਰੂ ਦੇ ਪ੍ਰਸਾਦ ਦੇ ਨਾਲ, ਭਾਵ ਕਿ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅਗਨੀ ਗਿਆਨ ਰੂਪੀ ਇਸ ਦੀਵੇ ਦੇ ਕੋਲ ਆਉਂਦੀ ਹੈ ਤੇ ਫਿਰ ਆਤਮਾ ਦੇ ਗਿਆਨ ਦੇ ਨਾਲ ਉਹ ਦੀਵਾ ਬਲਦਾ ਹੈ, ਉਹ ਬੱਤੀ ਵੀ ਸੜ ਜਾਂਦੀ ਹੈ, ਉਹ ਤੇਲ ਵੀ ਸੜ ਕੇ ਸੁਆਹ ਬਣ ਜਾਂਦਾ ਹੈ ਤੇ ਫਿਰ ਆਤਮਾ ਦਾ ਗਿਆਨ ਮਿਲਦਾ ਹੈ, ਐਸੀ ਪਦਵੀ ਮਿਲਦੀ। ਸ੍ਰੀ ਨਾਨਕ ਹੋਏ ਗੁਰ ਦੁਖ ਖੋਊ, ਭੇ ਪ੍ਰਸੀਦ ਉਪਦੇਸ਼ਿਓ ਸੋਊ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਹੋਏ ਨੇ, ਪ੍ਰਸਿੱਧੇ ਉਪਦੇਸ਼ ਕਰਨ ਦੇ ਵਾਸਤੇ ਉਸ ਪਾਂਦੇ ਨੇ। ਨੇਹ ਮੋਹ ਬਾਦਾ ਜਾਰੋ, ਗਿਆਨ ਅਗਨ ਕੋ ਸਗਲ ਨਿਵਾਰੋ। ਹੁਣ ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਸ਼ਬਦ ਦਾ ਅਰਥ ਕਰਦੇ ਨੇ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ। ਕਹਿੰਦੇ ਨੇ ਨੇ ਮੋਹ ਜਬ ਪਾਦਾ, ਹੇ ਪਾਂਦਾ ਜੀ ਜਿਹੜਾ ਮੋਹ ਰੂਪੀ ਤੇਲ ਹੈ, ਗਿਆਨ ਅਗਨ ਸੋ ਸਗਲ ਨਿਵਾਰੋ, ਗਿਆਨ ਦੀ ਅਗਨੀ ਲਾ ਕੇ ਉਸ ਤੇਲ ਨੂੰ ਬਾਲ ਦੇ, ਖਤਮ ਕਰ ਦੇ। ਸ਼ਰਦਾ ਤਰ ਕਾਜਰ ਬਰ ਪਾਵੋ, ਹੰਤਨ ਤਜਨਾ ਕਸਨ ਸਵਾਰੋ। ਜਿਹੜੀ ਸ਼ਰਧਾ ਧਾਰਨ ਕਰਨੀ ਹੈ ਇਹ ਕਾਜਰ ਹੈ, ਬਰ ਪਾਵੋ, ਸ੍ਰੇਸ਼ਟ ਜਿਹੜਾ ਕੱਜਰ ਹੈ ਐਸਾ ਪਾਵੋ। ਹਨ ਤਨ ਤਜਨਾ ਕਸਨ ਸਵਾਰੋ, ਜਿਹੜਾ ਦੇਹ ਦੇ ਅਭਿਮਾਨ ਨੂੰ ਛੱਡਣਾ ਹੈ ਇਹੀ ਇਸ ਨੂੰ ਚੰਗੇ ਤਰੀਕੇ ਦੇ ਨਾਲ ਘਸਾਉਣਾ ਹੋਵੇਗਾ। ਸੁਮਤ ਸਾਰ ਕੋ ਕਾਗਦ ਕਰੀਏ, ਪਾਓ ਕਲਮ ਕਰ ਮਨ ਕਰ ਧਰੀਏ। ਸ੍ਰੇਸ਼ਟ ਬੁੱਧੀ ਦਾ ਜਿਹੜਾ ਕਾਗਜ਼ ਹੈ ਉਹ ਪਾਂਦਾ ਜੀ ਤੁਸੀਂ ਬਣਾ ਲਓ, ਪਾਓ ਕਲਮ ਕਰ ਤੇ ਪ੍ਰੇਮਾ ਰੂਪੀ ਕਲਮ ਨੂੰ ਧਾਰਨ ਕਰੋ। ਲੇਖਕ ਚੇਤ ਬੂਝ ਗੁਰਦੁਆਰਾ, ਲਿਖੀਐ ਸੱਤਾ ਸਤ ਵਿਚਾਰਾ। ਸਤਿਗੁਰੂ ਜੀ ਪਾਂਦੇ ਨੂੰ ਉਪਦੇਸ਼ ਦੇ ਰਹੇ ਨੇ ਕਿ ਫਿਰ ਤੂੰ ਐਸਾ ਲੇਖਕ ਬਣ ਜਾ। ਗੁਰਦੁਆਰੇ ਤੋਂ ਭਾਵ ਹੈ ਕਿ ਗੁਰੂ ਤੋਂ ਉਪਦੇਸ਼ ਲੈ ਕੇ ਫਿਰ ਤੂੰ ਐਸਾ ਲੇਖਕ ਬਣ ਤੇ ਲੇਖਕ ਬਣ ਕੇ ਸੱਤਾ ਚਿੱਤ ਵਿਚਾਰਾ, ਭਾਵ ਕਿ ਸੱਚ ਤੇ ਝੂਠ ਦੀ ਫਿਰ ਤੂੰ ਵਿਚਾਰ ਲਿਖ। ਅਸ ਲੇਖਾ ਲਿਖ ਜਾਣ ਤੂੰ, ਜਿਸ ਤੇ ਊਣ ਨਾ ਹੋਏ, ਲਿਖੋ ਨਾਮ ਤੇ ਸਿਫਤ ਲਿਖ, ਅੰਤ ਨਾ ਪਾਰ ਉਰ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਐਸੇ ਲੇਖੇ ਨੂੰ ਲਿਖੋ
जिस तो ऊना कुछ भी ना होवे, जिस तो घट कुछ भी ना होवे। लिखो नाम परमेश्वर दे सच्चे नाम नू लिखो, ते सिफत लिखो, परमेश्वर दियां सिफतां नू लिखो। अंत ना पारे और कोय, भाव के लिखो कि परमेश्वर दी जिहड़ी सिफत है वो अपार है, ओदी जिहड़ी उपमा है उसदा कोई भी आद अंत नहीं। जेह स्थान लेखा यम लेई, सच निशानी हेर मुचई। सतगुरु जी पांदे नू कहंदे ने कि जिहड़ी जगह दे उत्ते धर्मराज ने लेखा लेना है, उस जगह दे उत्ते जेकर इस सच्चे नाम दी निशानी होवेगी ते फिर उस दरगाह दे विचों असीं छुट जावांगे। कोशप होए शाह को जैसे, तेहते सुलक प्रेत ले कैसे। हुण ग्रंथाकार भाई संतोख सिंह जी एक प्रमाण दिंदे ने। कवि जी लिखते ने कि सतगुरां ने प्रमाण दे के पांदे नूं समझाया कि जिस तरह कोई बादशाह दा वड्डा खजानची होवे, तेह के सुलक प्रेत किले कैसे, ते वड्डे बादशाह दे खजानजी तो जिहड़ा नौकर है वो मामला किस तरीके दे नाल लै सकदा है। भाव के खजानची तो कदे भी नौकर बादशाह दा जिहड़ा है वो मामला नहीं उगरा सकदा। आप उपायन दे मिलै है, डारे और कर पुन सकच चलै है। सगों आप उस खजानची नूं भेटा दे के ही वो बादशाह दा नौकर मिलेगा, मन दे विच डर नूं धारण करेगा ते फिर उस खजानची दे अगे बड़ा सुंगड़ के चलेगा ते मामला उसने खजानची तो की उगराना होया। अस लेखा जे तोवे और पादा, उधरोगे पाव सिंध अगादा। सतगुरु नानक देव सच्चे पातशाह जी कहंदे ने कि पांदा जी जिहड़ियां लेखियां दी जिहड़ियां पढ़ाइयां दी तुसीं गल कीती है वो किसे काम नहीं आउणियां। जे ऐसा लेखा तुहाडे कोल होवेगा ते फिर तुसीं संसार सागर तो तर जाओगे। जीव अनोज जाए जेह जाई, परम मीत ज्यों तहां सहाई। सतगुरु जी कहंदे ने कि जीव भावें जिथे मर्जी जावे, जिहड़ा परम मित्र है ना वो यही इसदा सहायक उस वेले बनदा है। सार्वभौम शरण जेह परना, तिन नर और डर क्यों फिर करना। सतगुरु जी कहंदे ने कि चक्रवर्ती सम्राट दी शरण दे विच जिहड़ा पै जावे उस नूं किसे दी कोई परवाह रह नहीं जांदी, वो फिर किसे तो नहीं डरदा। सुन श्रोणन मन गुण पुन, पांदे अचरज कीन। दुतिया इंद राकिंद ज्यों जौन बैन कीन। ग्रंथाकार भाई संतोख सिंह जी लिखते ने कि जदों सतगुरु नानक देव सच्चे पातशाह जी ने ऐसियां ज्ञान दियां गल्लां कीतियां, उन्हां गल्लां नूं सुनिया है, उस वेले पांदे ने ते मन दे विच बार बार विचारन लगा कि आश्चर्य हो गया, हैरानी वाली गल हो गई। दुतिया इंद राकेंद ज्यों जौन बैन इनकीन। सोचदा है कि इन्हां दा जिहड़ा शरीर है ये ते इस तरह दा छोटा है कि जिवें दूज दा चंद्रमा होवे। दूज दा चंद्रमा बड़ा छोटा हुंदा है। सोचदा है कि शरीर ते दूज दे चंद्रमा वर्गा है, पर राकेंद ज्यों जौन बैन इनकीन। पर पुण्या दे चंद्रमा दे वांगू इसने वड्डी चांदनी दा प्रकाश कीता है इस दूज दे चंद्रमा ने। चित चकोर रुच चमकी चारू, बालन तुलना बाल अचारू। चित जिहड़ा है पांदे दा वो चकोर दे वर्गा हो गया है ते मन दे विच उस वेले चंद्रमा नूं देखण दी जिहड़ी चौंप है वो वधी है। इस तरीके दे नाल उस वेले सुंदर चाह लगी है पांदे दे मन दे अंदर। बालन तुल ना बाल उचारू, बालकां दे वर्गा लगदा है पर ना बाल उचारू, होर बालां दे बरोबर नहीं हन। इस बाल दे जिहड़े करतव ने ना वो विलखण ने।
काला बेसाल दयाल पल पांति, जन कल मल कल बल राती। सोचदा है पांदा कि कला विशाल है, भाव के करामात विशाल है ते चंगे तरीके दे नाल ये दयाल भी ने। जन कल मल कल बल राती, कहण तो भाव है कि जिस तरह वड्डे बलवान कलयुग दे पाप ने, इसे तरीके दे नाल इन्हां कलयुग दे वड्डे पापां नूं दूर करन दे वास्ते उन्हां तो भी बलवान। सूझ पारी बूझण हित उदत्यो, कमल बदन अल बच गुर विदत्यो। कवि संतोख सिंह जी लिखते ने कि हुण थोड़ी समझ पांदे नूं लग गई है ते फिर वो पुछण दे वास्ते तैयार हो गया है। कमल बदन अल बच गुर विदत्यो। सतगुरु सच्चे पातशाह जी दा जिहड़ा मुखड़ा है वो कमल दे फुल वर्गा है ते जिहड़ा पांदे दा मन है वो भौरा बन गया है। आरज सुजन भजन जल मीना, सुने सो देखे मैं अत दीना। पांदे ने फिर सतगुरां नूं सवाल कर दिता, कहंदा आरज सुजन भजन जल मीना, सुने सो देखे मैं अत दीना। कहंदा है कि जिहड़े श्रेष्ठ भगत ने ਉਹ ਭਜਨ ਰੂਪੀ ਜਲ ਦੇ ਵਿੱਚ ਮੱਛੀ ਵਾਂਗੂ ਰਹਿਣ ਵਾਲੇ ਮੈਂ ਸੁਣੇ ਤੇ ਦੇਖੇ ਨੇ। ਪਰ ਕਹਿੰਦਾ ਮੈਂ ਅਤ ਦੇਨਾ, ਮੈਂ ਵੀ ਦੇਖਿਆ ਹੈ ਕਿ ਬਹੁਤ ਗਰੀਬ ਹੁੰਦੇ ਨੇ ਪਰਮੇਸ਼ਰ ਦੇ ਭਗਤ ਜਨ। ਅਸਨ ਬਸਨ ਤਨ ਪ੍ਰਾਪਤ ਨਾਹੀ, ਆਵੇਂ ਖਾਹੇ ਰੰਕ ਸੇ ਆਹੀ। ਜਿਹੜੇ ਐਸੇ ਪਰਮੇਸ਼ਰ ਦੇ ਭਗਤ ਨੇ ਉਹਨਾਂ ਨੂੰ ਖਾਣ ਦੇ ਵਾਸਤੇ ਨਹੀਂ ਮਿਲਦਾ, ਉਹਨਾਂ ਨੂੰ ਪਹਿਨਣ ਦੇ ਵਾਸਤੇ ਨਹੀਂ ਮਿਲਦਾ। ਜੇ ਆਉਂਦਾ ਹੈ ਤੇ ਖਾ ਲੈਂਦੇ ਨੇ, ਨਹੀਂ ਤੇ ਭੁੱਖੇ ਰਹਿੰਦੇ ਨੇ, ਰੰਕਾਂ ਵਰਗੇ ਕੰਗਾਲਾਂ ਵਰਗੇ ਅਤੀ ਗਰੀਬ ਹੁੰਦੇ ਨੇ। ਇਸ ਕਰ ਮੋਰੇ ਔਰ ਸ਼ਰਦਾ ਹਾਰੀ, ਸਿਰ ਮਰਨਾ ਸਭ ਹਨ ਇੱਕ ਸਾਰੀ। ਪਾਂਦਾ ਕਹਿੰਦਾ ਹੈ ਕਿ ਐਸਾ ਵਿਚਾਰ ਕੇ ਮੇਰੇ ਵਿੱਚ ਜਿਹੜੀ ਸ਼ਰਧਾ ਸੀ ਉਹ ਬਿਲਕੁਲ ਖਤਮ ਹੋ ਗਈ ਹੈ। ਸਿਰ ਮਰਨਾ ਸਭ ਹਨ ਇੱਕ ਸਾਰੀ, क्योंकि जी मौत है वो तो सारियां ते कसार आनी ही आनी है। एक दिन मौत ते हर एक नूं मार ही लैंदी है, भावें कोई भगत होवे ते भावें कोई पापी होवे। तारा तीर दा धर्म तुर, पांदे के सुन बैन, दुतिया शब्द पद बदन ते बद तंग शरदा दैन। क्योंकि पांदे दे मन दे विच शरधा नहीं। हुण ग्रंथाकार भाई संतोख सिंह जी लिखते ने कि जमीन नूं धीरज देण वाले ते धर्म दे आसरे सतगुरु सच्चे पातशाह जी ने फिर इसे ही शब्द दा जिहड़ा अगला पद है उस नूं अपने श्री मुख तो बयान कीता, पांदे दे मन दे विच शरधा देण दे लई। श्री मुख वाक, जिथे मिले है वडियाईया, सद खुशिया सद चाओ, तिन मुख टिके निकले है, जिन मन सच्चा नाओ, कर्म मिले ता पाइए, ना ही गली वाओ दुआओ। ये सतगुरां ने अगलियां गुरबाणी दे शब्दां नूं उचारण कीता। नहीं पांदा और तारो ऐसे, अज्ञानी नर मर हैं जैसे। इन्हां तुकां दा जिहड़ा अर्थ है वो भी कवि जी अपनी कविता दे विच ही अगे बयान करनगे। सतगुरु नानक देव सच्चे पातशाह जी कहंदे ने, हे पांदा जी, हिरदे दे विच ऐसी गल नूं धारण ना करो, अज्ञानी नर मर हैं जैसे, कि जिस तरह अज्ञानी मरदे ने। भाव के ज्ञानियां दा मरना वखरी किस्म दा है ते अज्ञानियां दा मरना वखरी किस्म दा है। सह शोकन सो मरना है तिनको, जन्म जोन पुन पुन तिन गन को। ਜਿਹੜੇ ਅਗਿਆਨੀ ਮਰਦੇ ਨੇ ਉਹਨਾਂ ਦੇ ਵਾਸਤੇ ਸ਼ੋਕ ਕਰਨਾ ਬਣਦਾ ਹੈ। ਜਨਮ ਜੋਨ ਪੁਨ ਤਿੰਨ ਗਨ ਕੋ, ਭਾਵ ਕੇ ਜਨਮਾਂ ਦੇ ਵਿੱਚ ਉਹ ਬਾਰ-ਬਾਰ ਪੈਂਦੇ ਨੇ ਤੇ ਬਾਰ-ਬਾਰ ਮਰਦੇ ਨੇ। ਇਹ ਜਿੰਨੇ ਉਹ ਜਨਮ ਧਾਰਨ ਕਰਦੇ ਨੇ ਇਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਅਗਿਆਨੀਆਂ ਦਾ ਮਰਨਾ ਇਸ ਤਰ੍ਹਾਂ ਦਾ ਹੈ। ਨਿਤ ਚਿਤ ਹਰਖਤ ਸੰਤ ਸੁਖੈਨਾ,
ਜਮ ਦੂਤਨ ਤੇ ਤਿਨ ਮਨ ਪੈਨਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਗਿਆਨੀ ਨੇ ਉਹਨਾਂ ਦੇ ਚਿੱਤ ਦੇ ਵਿੱਚ ਹਮੇਸ਼ਾ ਖੁਸ਼ੀ ਹੁੰਦੀ ਹੈ। ਸੰਤ ਜਿਹੜੇ ਨੇ, ਜਿਹੜੇ ਗਿਆਨੀ ਨੇ, ਉਹ ਸੌਖੇ ਤਰੀਕੇ ਦੇ ਨਾਲ ਮਰਦੇ ਨੇ। ਜਿਹੜੇ ਜਮਦੂਤ ਨੇ ਉਹਨਾਂ ਤੋਂ ਉਹਨਾਂ ਨੂੰ ਕਦੇ ਭੈ ਨਹੀਂ ਲੱਗਦਾ, ਡਰ ਨਹੀਂ ਲੱਗਦਾ। ਸਦ ਖੁਸ਼ੀਆ ਚਿਤ ਚਾਓ ਕਨੇਰਾ, ਜਪਤ ਨਾਮ ਹਰ ਹੇਰ ਨੇਰਾ। ਐਸਿਆਂ ਨੂੰ ਸਦਾ ਖੁਸ਼ੀਆਂ ਤੇ ਹਮੇਸ਼ਾ ਹੀ ਚਾਅ ਮਿਲਦਾ ਹੈ। ਜਪਦੇ ਨੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਤੇ ਪਰਮੇਸ਼ਰ ਨੂੰ ਆਪਣੇ ਲਾਗੇ ਹੀ ਵੇਖਦੇ ਨੇ। ਚਿਤ ਅਚਿੰਤ ਤਨ ਤਜ ਜਬ ਜਾਈ, ਆਗੇ ਮਿਲੇ ਤਿਨੈ ਵਡਿਆਈ। ਐਸੇ ਜਿਹੜੇ ਗਿਆਨੀ ਨੇ ਉਹਨਾਂ ਦੇ ਚਿੱਤ ਦੇ ਵਿੱਚ ਕੋਈ ਚਿੰਤਾ ਨਹੀਂ ਹੁੰਦੀ, ਉਹ ਅਚਿੰਤ ਹੁੰਦੇ ਨੇ। ਤੇ ਜਦੋਂ ਸਰੀਰ ਰੂਪੀ ਚੋਲੇ ਨੂੰ ਛੱਡ ਕੇ ਉਹ ਅੱਗੇ ਜਾਂਦੇ ਨੇ ਤੇ ਉੱਥੇ ਵੀ ਉਹਨਾਂ ਨੂੰ ਵਡਿਆਈਆਂ ਹੀ ਮਿਲਦੀਆਂ ਨੇ। ਜਸ ਕੇ ਨਿਕਸੈ ਮਸਤਕ ਟੀਕਾ, ਸੁਜਾਨ ਭਜਨ ਮੈਂ ਜਿਨ ਮਨ ਨਿਕਾ। ਸ੍ਰੇਸ਼ਟ ਭਜਨ ਦੇ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਜੋੜਿਆ ਹੁੰਦਾ, ਐਸਿਆਂ ਦੇ ਮੱਥਿਆਂ ਦੇ ਉੱਤੇ ਫਿਰ ਉਹ ਜਸ ਦੇ ਜਿਹੜੇ ਤਿਲਕ ਨੇ ਨਾ ਉਹ ਲਾਏ ਜਾਂਦੇ। ਸ੍ਰੀ ਪਰਮੇਸ਼ਰ ਅਤ ਦਇਆ, ਜਿਹ ਨਰ ਪ੍ਰਾਪਤ ਨਾਮ। ਬਾਤ ਬਖਨੀ ਬਦਨ ਤੇ, ਬਾਤ ਸਰਸ ਬਿਨ ਕਾਮ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹਦੇ ਉੱਤੇ ਸ੍ਰੀ ਪਰਮੇਸ਼ਰ ਦੀ ਦਇਆ ਹੁੰਦੀ ਹੈ ਤੇ ਜਿਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਬਾਤਾਂ ਬਖਨੀ ਬਦਨ ਤੇ, ਬਾਤ ਸਰਸ ਬਿਨ ਕਾਮ। ਭਾਵ ਕੇ ਮੂੰਹ ਤੋਂ ਹੋਰ ਗੱਲਾਂ ਕਰਨੀਆਂ ਉਹ ਇੱਕ ਹਵਾ ਦੇ ਤੁਲ ਨੇ, ਭਾਵ ਕੇ ਨਿਸਫਲ ਨੇ। ਸੁਣ ਸੁਣ ਸ਼੍ਰੋਣਨ ਬੈਨਨ ਪਾਂਦਾ, ਨਿਜ ਚਿਤ ਅਹਿ ਲਹਿ ਮੰਤਰਨ ਬਾਦਾ। ਜਿਵੇਂ ਜਿਵੇਂ ਆਪਣੇ ਕੰਨਾਂ ਦੇ ਵਿੱਚ ਪਾਂਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣੀ ਜਾਂਦਾ, ਤਿਵੇਂ ਤਿਵੇਂ ਚਿਤ ਅਹਿ ਲਖ ਮੰਤਰਨ ਬਾਦਾ। ਭਾਵ ਕਿ ਜਿਹੜਾ ਪਾਂਦੇ ਦਾ ਚਿੱਤ ਹੈ ਨਾ ਉਹ ਇੱਕ ਸੱਪ ਦੇ ਵਰਗਾ ਹੈ, ਤੇ ਜਿਵੇਂ ਸੱਪ ਨੂੰ ਮੰਤਰਾਂ ਦੇ ਨਾਲ ਕੀਲ ਲਿਆ ਜਾਂਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਜਿਹੜੇ ਬਚਨ ਨੇ ਉਹ ਮੰਤਰਾਂ ਦੀ ਤਰ੍ਹਾਂ ਨੇ, ਜਿਹੜੇ ਕਿ ਪਾਂਦੇ ਦੇ ਸੱਪ ਵਰਗੇ ਚਿੱਤ ਨੂੰ ਹੌਲੀ ਹੌਲੀ ਬੰਨ ਰਹੇ ਨੇ। ਤਿਉ ਤਿਉ ਨਮਰ ਹੋਏ ਬਰਬਾਨੀ, ਬੂਝਣ ਹੇਤ ਬਦੈ ਸੁਖ ਦਾਨੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਉਸ ਪਾਂਦੇ ਨੂੰ ਉਪਦੇਸ਼ ਦੇਈ ਜਾਂਦੇ ਨੇ, ਤਿਵੇਂ ਤਿਵੇਂ ਉਸ ਦੀ ਬੋਲ ਬਾਣੀ ਦੇ ਵਿੱਚ ਨਿਮਰਤਾ ਆਈ ਜਾਂਦੀ ਹੈ। ਅੱਗੇ ਦੀ ਅੱਗੇ ਫਿਰ ਸੁੱਖਾਂ ਦੇ ਦਾਨ ਦੇਣ ਵਾਲੇ ਸਤਿਗੁਰਾਂ ਨੂੰ ਉਹ ਪੁੱਛਦਾ ਹੈ। ਪਾਤਸ਼ਾਹ ਭੂਪਤ ਇਕ ਕੀਤੇ, ਚਿਤ ਮੈਂ ਕਬ ਭਗਵੰਤ ਨਾ ਪ੍ਰੀਤੇ। ਸਤਿਗੁਰਾਂ ਨੂੰ ਫਿਰ ਪਾਂਦੇ ਨੇ ਸਵਾਲ ਕੀਤਾ, ਕਹਿੰਦਾ ਕਿ ਦੇਖੋ ਪਾਤਸ਼ਾਹ ਭੂਪਤ ਇੱਕ ਕੀਤੇ, ਭਾਵ ਕਿ ਕਿਸੇ ਨੂੰ ਬਾਦਸ਼ਾਹ ਤੇ ਕਿਸੇ ਨੂੰ ਵੱਡਾ ਰਾਜਾ ਪਰਮੇਸ਼ਰ ਨੇ ਬਣਾ ਦਿੱਤਾ ਹੈ। ਚਿੱਤ ਮੈਂ ਕਬ ਭਗਵੰਤ ਨਾ ਪ੍ਰੀਤੇ, ਪਰ ਜਿਨ੍ਹਾਂ ਨੂੰ ਬਾਦਸ਼ਾਹ ਤੇ ਰਾਜੇ ਬਣਾਇਆ ਹੈ ਉਹਨਾਂ ਦੇ ਚਿੱਤ ਦੇ ਵਿੱਚ ਭਗਵਾਨ ਦੇ ਨਾਲ ਰਤਾ ਭਰ ਵੀ ਪ੍ਰੀਤ ਨੇ। ਨਿਸਬਾਸਰ ਐਸ਼ਨ ਮੈਂ ਐਸੇ, ਉਤਪਲ ਮੈਂ ਅਲੀ ਮਿਲਵਤ ਜੈਸੇ। ਰਾਤ ਤੇ ਦਿਨ ਐਸ਼ੋ ਆਰਾਮ ਦੇ ਵਿੱਚ ਉਹ ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਉਤਪਲ ਮੈਂ ਅਲ ਮਿਲਵਤ ਜੈਸੇ। ਭਾਵ ਕਿ ਜਿਸ ਤਰੀਕੇ ਦੇ ਨਾਲ ਕਵਲ ਦਾ ਜਿਹੜਾ ਫੁੱਲ ਹੈ ਉਹਦੇ ਉੱਤੇ ਭੌਰਾ ਮਸਤ ਰਹਿੰਦਾ ਹੈ, ਇਸੇ ਤਰ੍ਹਾਂ ਦੇ ਐਸ਼ੋ ਆਰਾਮ ਦੇ ਵਿੱਚ ਉਹ ਰਹਿੰਦੇ ਨੇ। ਅੰਤ ਸਮਾ ਨਹੀਂ ਸਿਮਰੈ ਸੋਊ, ਜਿਉ ਅਗ ਲਖਤ ਨ ਲੋਲਪ ਕੋ। ਐਸੇ ਜਿਹੜੇ ਰਾਜੇ ਨੇ ਉਹ ਅੰਤ ਦੇ ਸਮੇਂ ਨੂੰ ਬਿਲਕੁਲ ਵੀ ਯਾਦ ਨਹੀਂ ਕਰਦੇ। ਜਿਉ ਅਗ ਲਖਤ ਨ ਲੋਲਪ ਕੋ, ਜਿਸ ਤਰ੍ਹਾਂ ਕੋਈ ਲੰਪਟ ਤੇ ਜਿਹੜਾ ਵਿਵਚਾਰੀ ਹੈ ਉਹ ਵਿਵਚਾਰ ਤੇ ਕਰਦਾ ਹੈ, ਪਰ ਸਮਝਦਾ ਹੈ ਕਿ ਇਹਦੇ ਵਿੱਚ ਕੋਈ ਪਾਪ ਨਹੀਂ, ਇਹਦੇ ਵਿੱਚ ਕੋਈ ਹਰਜ ਨਹੀਂ। ਜਿਨ ਦੀਨੋ ਤਨ ਮਨ ਤਨ, ਤਿਸ ਤੇ ਅਸਿਅਨ ਜਾਨ। ਦਾਦਰ ਕਰਦਮ ਮਦ ਮਿਲ, ਕੀਮ ਨ ਕਮਲ ਪਛਾਨ।
ਪਾਂਦਾ ਕਹਿੰਦਾ ਕਿ ਸੱਚੇ ਪਾਤਸ਼ਾਹ ਜਿਨ ਦੀਨੋਂ ਤਨ ਮਨ ਧਨ, ਜਿਸ ਪਰਮੇਸ਼ਰ ਨੇ ਤਨ ਦਿੱਤਾ ਹੈ, ਸਰੀਰ ਦਿੱਤਾ ਹੈ, जिस परमेश्वर ने मन दिता है ते जिन्हें धन दिता है, ऐसे अनजान ने कि उसनू बिल्कुल भी याद नहीं करते। दादर करदम मद मिल कीम न कमल पछाण, इस तरह दे ने कि जिवें सच्चे पातशाह जिहड़ा दादर है, जिहड़ा डड्डू है, वो चिक्कड़ दे विच रहिंदा है ते चिक्कड़ दे विच ही कमल दा फुल हुंदा है, पर वो जिहड़ा दादर है, जिहड़ा डड्डू है, वो कमल दे फुल दी कीमत नू नहीं पछाणदा। बिसरै बैस बिहावै सब ही, नाम न चित मैं चित व्यो कबही। सारी दी सारी उम्र इसे तरीके दे नाल ऐसे मनुख बतीत कर देंदे ने, नाम नू चित दे विच रता भर भी याद नहीं करते। सुख सो विश्व बसै बस सेती, हृदय कजात च सुत ना अखेती। सुख दे नाल ही ऐसे जिहड़े ने उस संसार दे विच वसदे ने पदार्थां दे समेत, हृदय कजात च सुध ना अगेती, पर हिरदे दे विच रता भर भी अगली खबर इन्हां नूं नहीं हुंदी। इस स्थान कैसे सुख पावें, को बिद होत अगारी जावें। पांदे ने सवाल किया है कि ऐसे जड़े ने वो इस जगह दे उत्ते भाव के इस लोक दे विच फिर किस तरह सुखां नूं भोगदे ने। को बिद होत अगारी जावें, ते की होवेगा जदों ये परलोक दे विच दूसरे लोक दे विच जाणगे। हृदय संदेह पाए मुझ दो, उत्तर देहो दया निद सो। पांदा कहंदा है कि मेरे हिरदे दे विच ये संदेह ने दो, इन्हां दा दया दे सागर सतगुरु जी उत्तर दे। अस सुन कर उत पल दल लोचन, उचरे बचन रुचर दुख मोचन। ग्रंथाकार भाई संतोख सिंह जी लिखते ने कि कमल पत्तर दे वत अखां वाले सतगुरु ने जदों इस तरह पांदे दी गल नूं सुनिया ते फिर सतगुरु सच्चे पातशाह जी ने मनोहर अगली बाणी दा बखान कीता है, जिहड़े सतगुरु जी दुखां तों छडाउण वाले ने। जगत पदार्थ हित बैरागा, तृतीया शब्द पद लखत सभागा। जगत दे जिहड़े पदार्थ ने उन्हां दे वल्लों वैराग करन दी धारना जिस दे विच प्रगट कीती है, फिर सतगुरां ने इसे ही शब्द दा जिहड़ा तीसरा पद है ना वो बोलिया। श्री मुख वाक, एक आवे एक जाहे उठ, रखिए नाव सलार, एक उपाय मंगते एक ना वड्डे दरबार, अगे गया जानिए विण नावे बेकार। तप किया जिने सवाशना, जन्म अनत तर सोए, पाए राज जग बिखै फस, नरक गवन पुन होए। सतगुरु नानक देव सच्चे पातशाह जी गोपाल पांदे नूं उपदेश दे रहे ने, क्योंकि भावें ग्रंथाकार भाई संतोख सिंह जी ने इस जगह दे उत्ते पांदा ही सिर्फ लिखिया है, लिखिया नहीं है कि पांदे दा की नां सी, पर जिहड़े होर इतिहासकार ने उन्हां ने इस पांदे दा नाम गोपाल लिखिया है। भाव के गोपाल उस पांदे दा नां सी जिहदे कोल सतगुरां नूं सिੱਖਿਆ दिवाउण दे वास्ते भेजिया सी। सतगुरु जी कहंदे ने तप किया जिन्हें सवाशना, जिन्हां ने भाव के अपने मन दे विच किसे वासना नूं धारण करके जप तप कीता। जन्म अनंत तरस होए, ऐसे जिहड़े सहकामी ने उन्हां नूं फिर अगला जन्म जरूर धारना पवेगा, क्योंकि किसी कामना दे वास्ते उन्हां ने जप तप कीता है ते उस दी कामना नूं पूरा करनगे परमेश्वर जी। पाए राज जग बिखै फस, नरक गमन पुन होए। जेकर कोई राज दी प्राप्ति दे वास्ते जप तप करदा है ते फिर अगले जन्म दे विच परमेश्वर दी किरपा दे नाल उस नूं राज मिल जांदा है। राज नूं फिर भोगदा है ते उसे राज दे विच ही फस के रह जांदा है।
नरक गमन पुन होए, ते फिर नरक दे विच उस नूं जरूर जाना पैंदा, क्योंकि राजा बन के वो बहुत सारे ऐसे अधर्म दे काम भी कर पैंदा। पातशाह रखिए एक नाम, एक जाचक जाचै तिन धाम। इस तरीके दे नाल एक जिहड़ा मनुख है वो ते अपना नाम बादशाह रखा लैंदा है, ते दूसरा मनुख ओदा जाचक मंगता बन के ओदे तो दान मंगदा है। किंचित दिन के इहां बिलासा, फसियो मंद बिसरियो जम त्रासा। थोड़े दिनां दे सतगुरु जी कहंदे ने कि इस लोक दे सुख ने, पर उन्हां विलासां दे विच, उन्हां भोगां दे विच ही मनुख फस के रह जांदा है। फसियो मंद बिसरियो जम त्रासा, ऐसियां विषयां दे विच खचित होके रह जांदा है, जम दा जिहड़ा डर है वो भुल जांदा है। आगे गए हृदय जब जान, मीज पान सिर तुन पछतान। सतगुरु जी कहंदे ने कि इस लोक दे विच ऐसे मनुख नूं पता नहीं लगदा कि की होण वाला है, पर जदों ओदा शरीर छुटदा है ते जदों अगे दरगाह दे विच पहुंचदा है, मीज पान सिर तुनै पछताना, फिर उत्थे पछताउंदा है, अपने हत्थां नूं मलदा है ते सिर धुणदा है, सिर फेरदा है। महिमा नाम भजन की जो, तब चितवत नित विसरियो सो। नाम ते भजन दी जिहड़ी महिमा है उस वेले उस नूं याद आउंदी है, जिन्नू के हमेशा ही जिंदगी भर उसने भुला के रखिया। अनक तारना तारन करही, घर में गरुए संगर परही। सतगुरु जी गोपाल पांदे नूं कह रहे ने कि ऐसे जिहड़े मनुख ने उन्हां नूं फिर अनेकां तरह दीयां जिहड़ियां सजावां ने वो दित्तियां जांदियां ने। घर में गरुए संगर परही, उन्हां दे गलां दे विच भारे भारे ते मोटे मोटे जिहड़े संगल ने वो पा के उन्हां नूं बन्निया जांदा है। इस तरीके दीयां जिहड़ियां शासनावां ने, जिहड़ियां सजावां ने, वो पापियां नूं सतगुरु जी कहंदे ने मिलदियां ने। सतगुरु जी इस तरीके दे नाल गोपाल पांदे नूं उपदेश दे रहे ने। समय की समाप्ति है, किस तरीके दे नाल सतगुरु जी होर भी जिहड़ियां शासनावां ने, सजावां ने, उन्हां दा जिक्र करनगे। जिस तरह ग्रंथाकार भाई संतोख सिंह जी अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दे रजा होवेगी उसे तरह वरतेगी। जिन्नियां ही अर्जां करदा होया मैं इत्थे ही कथा नूं विश्राम दे के सारी साध संगत तो खिमा दा जायज कर। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरे, है पी होवनहार। हे संतः कै सदा संग ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो ही है परोय। जाहि कुल ते प्रगट होय, ताहि कुल को नाम। पुन द्वादश गोरिंड को मेरी है प्रणाम।